हैप्पी गुरपुरब मेरे तुम्हारे सबके लिए हैप्पी गुरपुरब। बात करो ਮੈਨੂੰ ਬੋਲਣ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਜੋਤ ਵਲੌਗ ਤੇ। ਸਭ ਤੋਂ ਪਹਿਲੇ ਤਾਂ ਗੁਰਪੁਰਬ ਦੀ ਬਹੁਤ ਜ਼ਿਆਦਾ ਵਧਾਈਆਂ ਤੁਹਾਨੂੰ। ਤੇ ਅੱਜ ਦਾ ਵਲੌਗ ਪੰਜਾਬੀ ਚ ਆਏਗਾ। ਪਤਾ ਨਹੀਂ ਕਿਉਂ ਬਈ ਮੇਰਾ ਨਾ ਮੈਂ ਜੇ ਇੱਕ ਵਾਰ ਰਾਤ ਦਾ ਦਿਲ ਕਰ ਰਿਹਾ ਸੀ, ਐਕਚੁਅਲੀ ਮੈਨੂੰ ਨੀਂਦ ਨਹੀਂ ਆਈ ਤੇ ਮੇਰੀ ਲਿਟੀ ਸੋਚੀ ਗਈ ਕਿ ਸਵੇਰ ਦਾ ਵਲੌਗ ਜਿਹੜਾ ਮੈਂ ਸਟਾਰਟ ਕਰਨਾ ਹੈ ਨਾ, ਤੇ ਉਹ ਮੈਂ ਪੰਜਾਬੀ ਸਟਾਰਟ ਕਰਨਾ ਹੈ। ਤੇ ਜਿਹੜੀ ਵੀ ਜਾਇਜ਼ ਜਿੱਦ ਹੁੰਦੀ ਹੈ ਨਾ, ਉਹ ਮੰਨ ਲੈਣੀ ਚਾਹੀਦੀ ਹੈ, ਆਪਣੀ ਵੀ ਤੇ ਦੂਜੇ ਬੰਦੇ ਦੀ ਵੀ। ਤੇ ਮੈਂ ਉੱਠਦੇ ਹੀ ਮੈਂ ਸੋਚਿਆ, ਮੈਂ ਇੰਦਰ ਨੂੰ ਕਿਹਾ ਕਿ ਮੈਂ ਅੱਜ ਵਲੌਗ ਪੰਜਾਬੀ ਚ ਬਣਾਉਣਾ, ਤੇ ਕਹਿੰਦੇ ਕਰ ਲੈ ਸਟਾਰਟ। ਤੇ ਮੈਂ ਕਿਹਾ ਚਲੋ ਠੀਕ ਹੈ। ਮੈਂ ਰਾਤ ਨੂੰ ਹੀ ਤਿਆਰੀ ਕਰ ਲਈ ਸੀ ਨਾਸ਼ਤੇ ਦੀ, ਕਿਉਂਕਿ ਜਦੋਂ ਆਪਣਾ ਜਨਮ ਦਿਨ ਹੋਵੇ, ਆਪਣੀ ਐਨਵਰਸਰੀ ਹੋਵੇ, ਤਾਂ ਬੜਾ ਚਾਅ ਚੜਦਾ ਹੈ ਕਿ ਅੱਜ ਇਹ ਬਣਾਵਾਂਗੇ, ਖਾਵਾਂਗੇ, ਕਰਾਂਗੇ। ਤੇ ਅੱਜ ਬਾਬੇ ਦਾ ਜਨਮ ਦਿਨ ਹੈ ਤੇ ਮੈਂ ਬ੍ਰੇਕਫਾਸਟ ਦੀ ਤਿਆਰੀ ਕਰ ਲਈ ਸੀ। ਤੇ ਬਣਾਵਾਂਗੇ ਬ੍ਰੈਡ ਪਕੌੜੇ, ਕਦੀ ਕਦੀ ਖਾ ਲੈਣੇ ਚਾਹੀਦੇ ਆ। ਤੇ ਮੈਂ ਬੜੀ ਗੁੱਸੇ 'ਚ ਸੀਗੀ ਜਦ ਮੈਂ ਰਾਤੀ ਤਿਆਰੀ ਕਰ ਰਹੀ ਸੀ, ਕਿਉਂਕਿ ਮੈਂ ਬਣਾ ਤੇ ਰਹੀ ਸੀ, ਪਰ ਮੈਨੂੰ ਐਵੇਂ ਸੀਗਾ ਕਿ ਹੁਣ ਇੰਦਰ ਵੀ ਖਾਣੀ, ਉਹਨਾਂ ਵਾਸਤੇ ਠੀਕ ਨਹੀਂ ਹੈ। ਤੇ ਮੈਨੂੰ ਕੁਝ ਚੀਜ਼ੀਆਂ ਜਿਹੀਆਂ ਆਉਂਦੀਆਂ ਸੀ ਜਦੋਂ ਮੈਨੂੰ ਬੁਲਾਉਂਦੇ ਸੀ। ਮੈਂ ਲੜੀ ਜਾਂਦੀ ਸੀ ਨਾ ਰਾਤੀ, ਲੜ ਕੇ ਬ੍ਰੈਡਾਂ ਨੂੰ ਬੋਲਣ ਲਾਇਆ, ਆਲੂ ਲਾਏ, ਹਾਂ ਲੜ ਕੇ। ਮੈਂ ਪਤਾ ਨਹੀਂ ਕੀ ਹੋ ਗਿਆ ਇਹਨੂੰ, ਐਵੇਂ ਟੁੱਟ ਪਈ ਜਾਂਦੀ ਹੈ, ਟੁੱਟ ਪਈ ਜਾਂਦੀ ਆ। ਹਾਲੇ ਅਸੀਂ ਬਿਸਤਰੇ 'ਚ ਹੀ ਹੈਗੇ ਆ। ਮੈਨੂੰ ਬ੍ਰੈਡ ਪਕੌੜੇ ਦਾ ਨਹੀਂ ਪਤਾ ਸੀ। ਮੈਂ ਕਿਹਾ ਸ਼ਾਇਦ ਬ੍ਰੈਡ ਟੋਸਟ ਬਣਾਉਣੇ ਹੋਣੇ, ਸ਼ਾਇਦ ਤਾਂ ਇਹ ਲਾ ਰਹੀ ਹੈ। ਬ੍ਰੈਡ ਪਕੌੜੇ ਦਾ ਮੈਨੂੰ ਹੁਣ ਪਤਾ ਲੱਗਿਆ। ਹੁਣ ਪਤਾ ਲੱਗਿਆ। ਮੈਂ ਨਾ ਦੱਸਿਆ ਇਸ ਕਰਕੇ ਨਹੀਂ, ਮੈਂ ਕਿਹਾ ਤੁਸੀਂ ਕਹਿਣਾ ਹੁਣ ਰਾਤੀ ਕੜਾਈ ਰੱਖ ਲੈ ਤੇ ਹੁਣ ਰਾਤੀ ਇਹਨਾਂ ਨੂੰ ਤਲ ਲੈ, ਤੇ ਤਾਂ ਮੈਂ ਥੋੜਾ ਫਿਰ ਮੈਨੂੰ ਗੁੱਸਾ ਆਈ ਜਾਂਦਾ ਸੀ। ਤੇ ਟਾਈਮ ਸਰਦਾਰ ਜੀ ਘੜੀ ਠੀਕ ਕਰਾ ਦਿਓ, ਰੱਬ ਦਾ ਵਾਸਤਾ ਇਹ ਤੁਹਾਨੂੰ। ਘੜੀ ਬਹੁਤ ਅੱਛੀ ਨੇ, ਇਹ ਘੜੀ ਟਾਈਮ ਦੱਸਦੀ ਹੈ। ਇਹ 11:45 ਵਜਾ ਰਹੀ ਹੈ ਤੇ ਪੌਣੇ 12 ਹੋ ਗਏ ਨੇ ਨਾ, ਪੌਣੇ 12 ਦੇ ਹਿਸਾਬ ਦੇਖੋ ਤੁਸੀਂ ਕਿੰਨਾ ਨਾਸ਼ਤਾ ਲੇਟ ਕਰਦਾ। ਪੌਣੇ 12 ਕਰਦੇ ਨਾਸ਼ਤਾ ਨਹੀਂ 7:15 ਹੋਏ ਆ। ਪਰ ਨਾ ਉਹੀ ਗੱਲ ਹੈ ਕਿ ਜ਼ਿੰਮੇਵਾਰੀਆਂ ਉਠਾਉਂਦੀਆਂ ਬੰਦੇ ਨੂੰ। ਜਦੋਂ ਬੱਚੇ ਸਕੂਲ ਜਾਂਦੇ ਆ ਤੇ ਸਾਜਰੇ ਉੱਠ ਜਾਈਦਾ ਸਵੇਰੇ ਸਵੇਰੇ। ਤੇ ਅੱਜ ਅਲਾਰਮ ਬੰਦ ਕਰਕੇ ਤੇ ਫਿਰ ਮੈਂ ਸੋ ਗਈ। ਮੈਂ ਸੋਚਿਆ ਸੀ ਕਿ ਮੈਂ ਨਹੀਂ ਸੋਵਾਂਗੀ, ਮਤਲਬ ਦੇਰ ਤੱਕ ਨਹੀਂ ਸੋਵਾਂਗੀ, ਉੱਠ ਜਾਵਾਂਗੀ। ਪਰ ਛੁੱਟੀ ਵਾਲੇ ਦਿਨ ਜਿਹੜਾ ਘੰਟਾ ਕੁ ਲੇਟ ਉੱਠੀ ਦਾ ਨਾ, ਤੇ ਉਹ ਫਿਰ ਸਾਰਾ ਦਿਨ ਮੰਮੀ ਕਹਿੰਦੇ ਹੁੰਦੇ ਸੀ ਜਬਕਾਂਦਾ ਹੈ, ਕੰਮ ਮੁੱਕਦਾ ਨਹੀਂ ਹੈ। ਸ਼ਾਇਨ ਨੂੰ ਰਾਤੀ 11 ਵਜ ਗਏ ਸੀ, ਤੇ ਮੈਂ ਉਹਨੂੰ ਕਿਹਾ ਸੋ ਜਾ, ਮੈਂ ਤੈਨੂੰ ਸਵੇਰੇ ਉਠਾ ਦਾਂਗੀ। ਪਰ ਮੈਂ ਉਹਨੂੰ ਜਦ ਗਈ 6:45 ਉਠਾਉਣ ਵਾਸਤੇ, ਤਾਂ ਕਹਿੰਦੀ ਮੰਮਾ ਛੁੱਟੀ ਹੈ, ਸੌਣ ਦਿਓ। ਤੇ ਫਿਰ ਮੈਂ ਕਿਹਾ ਚਲੋ ਠੀਕ ਹੈ, ਸੋ ਜਾਓ ਥੋੜੀ ਦੇਰ ਹੋਰ। ਤੇ ਹੁਣ ਠੰਡ ਹੈ ਨਾ, ਬਾਹਰ ਜਾਣ ਨੂੰ ਜੀ ਵੀ ਨਹੀਂ ਕਰ ਰਿਹਾ ਕਿ ਬਾਹਰ ਦੀ ਸਫਾਈ ਕਰ ਲਾਂ। ਬਾਹਰ ਦੀ ਸਫਾਈ ਲੇਟ ਕਰੀ ਅੱਜ, ਕਿਉਂ? ਫਿਰ 3 ਵਾਰੀ ਕਰਨੀ ਪੜੀ ਤੈਨੂੰ। ਹਾਂ ਸੱਚੀ ਮੇਰੇ ਨਾਲ ਏਦਾਂ ਹੀ ਹੁੰਦਾ। ਮੈਂ ਰੋਜ਼ ਕੀ ਕਰਦੀ ਹਾਂ, ਜਦੋਂ ਬੱਚਿਆਂ ਨੂੰ ਰੈਡੀ ਕਰ ਦਿੰਦੀ ਹਾਂ, ਮੇਰੇ ਕੋਲ 15 ਮਿੰਟ ਹੁੰਦੇ ਆ ਇਹਨਾਂ ਦੇ ਜਾਣ ਦੇ ਵਿੱਚ, ਤੇ ਮੈਂ ਫਟਾਫਟ ਬਾਹਰ ਦੀ ਸਫਾਈ ਕਰ ਲੈਂਦੀ ਹਾਂ। ਤੇ ਬੜੀ ਖੁਸ਼ ਹੋ ਜਾਂਦੀ ਹਾਂ ਮੈਂ ਫਟਾਫਟ ਕਰ ਲਈ ਹੈ। ਪਰ ਪਤਾ ਬਾਅਦ ਵਿੱਚ ਇਹ ਲੱਗਦਾ ਹੈ ਕਿ ਉਸ ਤੋਂ ਬਾਅਦ ਮੈਨੂੰ 3 ਵਾਰ ਵੇਟ ਕਰਨੀ ਪੈਗੀ, ਕਿਉਂਕਿ ਉਸ ਤੋਂ ਬਾਅਦ ਸਰਦਾਰ ਜੀ ਨੇ ਕਰਨਾ ਹੁੰਦਾ, ਪਾਣੀ ਲੈ ਕੇ ਬਾਹਰ ਗੱਡੀ ਤੇ ਮਾਰਨਾ ਹੁੰਦਾ ਹੈ, ਤੇ ਉਹ ਗਿੱਲੀਆਂ ਪੈੜਾਂ ਲੱਗ ਜਾਂਦੀਆਂ। ਤੇ ਫਿਰ ਮੈਨੂੰ ਯਾਦ ਆ ਜਾਂਦਾ ਗਮਲਿਆਂ ਨੂੰ ਵੀ ਪਾਣੀ ਦੇ ਦੇਵਾਂ। ਫਿਰ ਸ਼ੀਰੋ ਮਹਾਰਾਜ ਆ ਜਾਂਦੇ ਆ ਆਪਣੇ ਗੰਦੇ ਜਿਹੇ ਪੈਰ ਲੈ ਕੇ, ਉਹ ਸਾਰੀ ਪੈੜਾਂ ਲਾ ਜਾਂਦੇ ਆ, ਤੇ ਮੈਨੂੰ 3 ਵਾਰ ਫਿਰ ਪੋਚਾ ਮਾਰਨਾ ਪੈ ਜਾਂਦਾ। ਪਰ ਅਕਲ ਮੇਰੀ, ਮਤਲਬ ਮੇਰੇ ਦਿਲ ਨੂੰ ਸਕੂਨ ਨਹੀਂ ਆਉਂਦਾ ਜਦ ਤੱਕ ਮੈਂ ਸਾਜਰੇ ਬਾਹਰ ਦੀ ਸਫਾਈ ਨਾ ਕਰ ਲਵਾਂ। ਤੇ ਫਿਰ ਮੈਨੂੰ ਐਂ ਲੱਗਦਾ ਕਿ ਮੈਂ ਕੁਝ ਕੀਤਾ ਹੀ ਨਹੀਂ ਹੈਗਾ। ਤੇ ਹੁਣ ਆਪਾਂ ਬਣਾਵਾਂਗੇ ਅਦਰਕ ਤੁਲਸੀ ਵਾਲੀ ਚਾਹ ਨਾਲ ਬ੍ਰੈਡ ਪਕੌੜੇ। ਹਾਂ ਬ੍ਰੈਡ ਪਕੌੜੇ ਥੋੜੇ ਥੋੜੇ, ਹਾਂ ਮਿਲेंगे ਥੋੜੇ ਥੋੜੇ, ਕਿਉਂਕਿ ਨਹੀਂ ਆਪਾਂ ਇੱਕ ਬ੍ਰੈਡ ਦੇ 4 ਪੀਸ ਕਰਨੇ ਨੇ, ਬਹੁਤੇ ਖਾਣੇ ਨੇ। ਫੀਲਿੰਗ ਐਵੇਂ ਲੈ ਲੈਣੀ ਹੈ ਕਿ ਅਸੀਂ ਬਹੁਤੇ ਖਾ ਲਏ। ਠੀਕ ਹੈ ਜੀ। ਤੇ ਹਾਏ ਹਾਏ ਮੇਰੇ ਨਾਖੂਨ ਦੇਖ ਕੇ ਮੈਨੂੰ ਹੁਣ ਤੇ ਸ਼ਰਮ ਆਉਣ ਲੱਗੀ ਸੱਚੀ। ਮੇਰਾ ਨਾ ਨੇਲ ਪੇਂਟ ਰਿਮੂਵਰ ਜਿਹੜਾ ਨਾ, ਉਹ ਪੁੱਤ ਕਿੱਥੇ ਗਿਆ? ਮੈਨੂੰ ਤਾਂ ਮਿਲਿਆ ਹੀ ਨਹੀਂ। ਮੈਨੂੰ ਲੱਗਦਾ ਹੈ ਹੀ ਨਹੀਂ। ਕੋਈ ਗੱਲ ਨਹੀਂ, ਮੈਂ ਲੀਟਰ ਦੀ ਬੋਤਲ ਲੈ ਕੇ ਦਊਂਗਾ, 160 ਰੁਪਏ ਦੀ ਆਂਦੀ ਹੈ। ਆ ਦੇਖੋ। ਤੇ ਉਹ ਤੇ ਮੈਨੂੰ ਲੱਗਦਾ ਜਦ ਤੱਕ ਮੈਂ ਜਿੰਦਾ ਰਵਾਂਗੀ ਨਾ, ਉਦੋਂ ਤੱਕ ਹੀ ਮਤਲਬ ਪਈ ਰਹੇਗੀ। ਕਿਉਂ ਨੇਲ ਪੇਂਟ ਤਾਂ ਆਪਾਂ ਸਾਲ ਬਾਅਦ ਲਾਣਾ ਹੁੰਦਾ ਹੈ। ਅਸੀਂ ਉਧਰ ਐਗਜ਼ੌਸਟ ਫੈਨ ਸਾਫ਼ ਕਰ ਲਾਂਗੇ, ਤੇਲ ਵਾਲੇ ਸਾਬਣ। ਹਾਏ ਐਗਜ਼ੌਸਟ ਫੈਨ ਸਾਫ਼ ਕਰੋਗੇ ਕਿਹਦੇ ਨਾਲ? ਤੇਲ ਨਾਲ ਹੈ? ਤੇਲ ਨਾਲ ਨੇਲ ਪੇਂਟ ਥੋੜੀ ਰਿਮੂਵ ਹੁੰਦਾ। ਉਹ ਤੇਲ ਨਹੀਂ, ਦੂਜਾ ਕੀ ਕਹਿੰਦੇ ਉਹਨੂੰ, ਸਪਿਰਿਟ। ਹਾਂ ਸਪਿਰਿਟ ਦੀ ਬੋਤਲ ਲਿਆਉਂਗਾ ਨਾ, 160 ਰੁਪਏ ਦੀ ਸਪਿਰਿਟ ਦੀ ਬੋਤਲ ਹੈ। ਅੱਛਾ, ਉਹਦੇ ਚ ਮੈਂ ਫਿਰ ਨਾ ਐਵੇਂ ਚਿਕਨਾਹਟ ਵਾਲੀ ਚੀਜ਼ਾਂ ਵੀ ਸਾਫ਼ ਹੋ ਜਾਂਦੀਆਂ ਨੇ। ਨਹੀਂ ਫਿਰ ਉਹ ਐਨੀ ਵੱਡੀ ਬੋਤਲ ਲੈ ਕੇ ਆਣਗੇ, ਫਿਰ ਮੈਨੂੰ ਕਾਟਨ ਚ ਡਿਪ ਕਰਕੇ ਥੋੜੀ ਆਪਣੇ ਨੇਲ ਪੇਂਟ ਸਾਫ਼ ਕਰਨਾ ਪਏਗਾ। ਵਿੱਚ ਪਾ ਲਿਆ ਕਰੇ, ਫਿਰ ਮੈਂ ਹੱਥ ਵਿੱਚ ਪਾ ਲਾਂਗੀ। ਹੱਥ ਵਿੱਚ ਪਾ ਕੇ ਐਦਾ ਕਰਕੇ ਚਲੋ ਆ ਜਾਓ ਬਾਹਰ। ਨਹੀਂ ਮੈਂ ਬੋਤਲ ਦਾ ਮੂੰਹ ਛੋਟਾ ਹੁੰਦਾ। ਬੋਤਲ ਆਪਾਂ ਵੱਡੀ ਕਰ ਦੇਣੀ ਹੈ, ਪਹਿਲਾਂ ਨੂੰ ਮੱਗੇ ਚ ਪਾ ਲੈਣਾ, ਤੈਨੂੰ ਮੱਗੇ ਚ ਪਾ ਕੇ ਫਿਰ ਬੋਤਲ ਚ ਪਾ ਲਈ। ਐ ਦੇਖੀ ਤੁਸੀਂ ਸੀਰੀਅਸਲੀ ਲੈ ਗਏ। ਇਹ ਚੁਟਕੀਆਂ ਵੀ ਉੱਠ ਗਈਆਂ। ਇੱਕ ਤੇ ਸਿਫਤ ਤੇ ਉੱਠ ਗਈ ਸੀ, ਉਹ ਪਾਪਾ ਕੋਲ ਸੌਂਦੀ ਹੈ ਹਮੇਸ਼ਾ। ਤੇ ਮੇਰੇ ਕੋਲ ਸੌਂਦੀ ਹੈ। ਨਹੀਂ ਸਿਫਤ ਥੋੜੀ ਸੌਂਦੀ ਹੈ, ਸਿੱਧਕ ਸੌਂਦੀ ਹੈ। ਸੱਚੀ ਮੈਂ ਤੇ ਨਾ ਝੱਲੀ ਹੋ ਗਈ ਆ, ਮੈਨੂੰ ਆਪਣੇ ਬੱਚਿਆਂ ਦੀ ਨਹੀਂ ਪਛਾਣ ਹੈ। ਕਿ ਦੇਖੋ ਇਹ ਦੇਖੋ ਮੇਰਾ ਪੁੱਤ ਖੇਡਦਾ ਪਿਆ ਹੈ, ਤੇਰਾ ਪੁੱਤ ਦੇਖ ਲੈ ਨਾਲ ਸੀ, ਤੂੰ ਆਲਸੀ ਬਣਾਇਆ ਉਹਨੂੰ। ਹੋਏ ਰੱਬਾ, ਪਿਆ ਲੈ ਵੀ ਮੈਂ ਆਲਸੀ ਆ? ਤੂੰ ਬਣਾਇਆ ਉਹਨੂੰ ਆਲਸੀ, ਮੈਨੂੰ ਤੇਰਾ ਥੋੜੀ ਆਲਸੀ ਕਿਹਾ ਤੈਨੂੰ ਆਲਸੀ ਕਹਿ ਕੇ ਇੱਥੇ ਜਾਣਾ, ਰੋਟੀ ਨਹੀਂ ਖਾਣੀ।
ਕੀ ਕਹਿੰਦੇ ਜੀ ਪਾਪਾ ਹੱਸਦੀ ਹੈ ਇਹ ਮੰਮਾ ਇਹ ਛੇਰੇ ਛੇਰੇ ਕੀ ਸ਼ੁਰੂ ਹੋ ਗਿਆ ਹੈ? ਇੰਨੀ ਡਿਸਟਰਬੈਂਸ ਮੈਨੂੰ ਉੱਠਣਾ ਹੀ ਪਿਆ ਫਿਰ ਮੈਨੂੰ ਉੱਠਣਾ ਹੀ ਪਿਆ। ਆ ਦੇ ਕਿੱਥੇ ਮੇਰਾ ਪੁੱਤ ਰੋਲਾ ਪਾਉਂਦਾ ਸਭ ਤੋਂ ਪਹਿਲੇ ਬ੍ਰੈਡ ਪਕੌੜਿਆਂ ਦੇ ਚੱਕਰ 'ਚ ਅਸੀਂ ਖੁਸ਼ੀ ਪੈ ਗਈ ਹੈ ਸਾਨੂੰ। ਮੰਮੀ ਤੇ ਮੈਂ ਅੱਜ ਕੱਲ ਸਵੇਰੇ ਉਹ ਲੈਂਦੇ ਆ ਗੋਲੀ, ਕਿਹੜੀ ਲੈਂਦੇ ਆ DSR ਲੈਂਦੇ ਆ ਸਵੇਰੇ ਖਾਲੀ ਪੇਟ, ਉਹ ਲੈਣੀ ਆ ਤੇ ਮੰਮਾ ਨੂੰ ਥਾਇਰਾਇਡ ਦੀ ਗੋਲੀ ਦੇਣੀ ਆ। ਉੱਠਦੇ ਹੀ ਸਾਡੀ ਦਵਾਈਆਂ ਸ਼ੁਰੂ ਹੋ ਜਾਂਦੀਆਂ, ਪਰ ਵਾਹਿਗੁਰੂ ਦਾ ਸ਼ੁਕਰ ਹੈ ਦਵਾਈਆਂ ਖਾ ਕੇ ਵੀ ਚੱਲਦੇ ਰਹੀਏ, ਕਿਉਂਕਿ ਪਿਛਲੇ ਦਿਨਾਂ ਜੋ ਸਾਡੇ ਹਾਲ ਸੀਗੇ ਨਾ ਉਹ ਰੱਬ ਹੀ ਜਾਣਦਾ ਤੇ ਅਸੀਂ ਜਾਣਦੇ ਆ ਜਾਂ ਸਰਦਾਰ ਜੀ ਜਾਣਦੇ ਆ। ਉਧਰੋਂ ਕੰਮ ਜਾਣਾ ਹੁੰਦਾ ਸੀ ਤੇ ਉਧਰੋਂ ਹਾਲ ਮਾੜਾ ਤੇ ਹਸਪੀਟਲ ਜਾ ਕੇ ਇੰਜੈਕਸ਼ਨ ਲਵਾਉਣੇ ਪੈਂਦੇ ਸੀ ਹਨਾ। ਬਹੁਤ ਬੁਰਾ ਹਾਲ ਰਿਹਾ, ਬਹੁਤ ਬੁਰਾ ਹਾਲ ਰਿਹਾ, ਬਹੁਤ ਹੀ ਬੈਡ ਟਾਈਮ ਨਿਕਲਿਆ ਹੈ। ਹਾਂ ਤੇ ਸਭ ਤੋਂ ਜ਼ਰੂਰੀ ਹੁੰਦੀ ਹੈ ਦੇਹ ਅਰੋਗਤਾ, ਸਰੀਰ ਠੀਕ ਹੋਣਾ ਚਾਹੀਦਾ, ਫਿਰ ਤੇ ਬੰਦਾ ਫਟਾਫਟ ਘੋੜੇ ਵਾਂਗ ਕੰਮ ਕਰੀ ਜਾਂਦਾ ਤੇ ਪਰਵਾਹ ਨਹੀਂ ਮਾਰਦਾ ਸਰੀਰ। ਮੈਂ ਦਲਤੇ ਹੀ ਮਾਰ ਦਿੰਦਾ ਘੋੜੇ ਨਾਲ। ਇਸ ਕਰਕੇ ਰੱਬ ਕੋਲੋਂ ਕੁਝ ਮੰਗੋ ਚਾਹੇ ਨਾ ਮੰਗੋ, ਪਰ ਆਪਣਾ ਸਰੀਰ ਠੀਕ ਰਵੇ, ਦੇਹ ਅਰੋਗਤਾ ਇਹ ਜ਼ਰੂਰ ਮੰਗਿਆ ਕਰੋ ਕਿ ਸਰੀਰ ਸੈੱਟ ਹੋਣਾ ਚਾਹੀਦਾ। ਫਿਰ ਬਾਕੀ ਤੇ ਬੰਦਾ ਹਿੰਮਤ ਮਾਰ ਹੀ ਲੈਂਦਾ ਤੇ ਕੰਮ ਕਰ ਹੀ ਲੈਂਦਾ ਆਪਣੇ ਆਪਣੇ ਹਨਾ। ਤੇ ਇਹ ਪੁੱਤਰੀ ਨੇ ਵੀ ਮੁੱਠਾ ਠੂਸ ਲਿਆ ਮੂੰਹ ਦੇ ਵਿੱਚ। ਕਿਤੇ ਆ ਸਿਫਤ ਪਾਪਾ ਦੀ ਝਿੜਕੀ ਛੋਟਿਆਂ ਨੂੰ ਵੀ ਨਹੀਂ ਛੱਡਦੀ ਬਈ, ਤੇ ਵੱਡਿਆਂ ਦਾ ਕੀ ਹਾਲ ਬਣਨਾ ਲਾ ਲਓ ਸਾਫ। ਤੁਸੀਂ ਤੁਹਾਨੂੰ ਦਿਖਾਉਂਦੀ ਆ ਮੈਂ ਮੇਰੀ ਛੁਟਕੀ। ਗੁੱਡ ਮਾਰਨਿੰਗ ਪੁੱਤਰੂ। ਸਿਫਤ ਗੁੱਡ ਮਾਰਨਿੰਗ ਜਨੇ। ਓਏ 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 मम्मा बड़ी नहीं आई छी, बड़ी नहीं आई छी मम्मा। उठ गए हो, उठ गए हो। देख मेरे काके ਦਿਖਾਉਂਦੀਆਂ ਤੁਹਾਡੇ ਕਾਕੇ ਨੂੰ ਵੀ। ਕਾਕੇ ਅਸੀਂ ਵੰਡ ਲਏ ਹੋਏ ਆ। ਸਿੱਧਕ ਸੌਂਦੀ ਹੈ ਪਾਪਾ ਕੋਲ ਤੇ ਪਾਪਾ ਦਾ ਕਾਕਾ ਹੋ ਗਈ ਹੈ, ਤੇ ਸਿਫਤ ਮੰਮਾ ਕੋਲ ਸੌਂਦੀ ਹੈ ਤੇ ਮੰਮਾ ਦਾ ਕਾਕਾ ਹੋ ਗਈ ਹੈ। ਮੇਰੀ ਕਾਕਾ ਕੋਲ ਉਹਦੇ ਕੋਲ ਦੇਖ ਰਹੀ ਹੈ ਤੈਨੂੰ, ਭੈਣ ਨੂੰ ਦੇਖਦੀ ਪਈ ਆ। ਤੇ ਕੋਲ ਅਸੀਂ ਰੱਖੇ ਹੋਏ ਹੈਂਕੀ, ਕਿਉਂਕਿ ਦੁੱਧ ਪਿਲਾਉਂਦੇ ਹੋਏ ਤੇ ਫਿਰ ਗਿਰ ਜਾਂਦੇ ਨੇ ਤੇ ਰਾਤੀ ਫਿਰ ਆਪਣੀ ਤਿਆਰੀ ਨਾਲ ਸੋਣਾ ਪੈਂਦਾ ਹੈ। ਤੇ ਮੇਰੀ ਮਾਂ ਹੀ ਦੇਖੋ, ਰਾਤੀ ਮੈਂ ਇਹਨੂੰ ਗਰਮੀ ਲੱਗੀ ਤੇ ਮੈਂ ਇਹਦੀ ਡਰੈਸ ਵੀ ਉਤਾਰ ਦਿੱਤੀ ਸੀ ਤੇ ਨਾਲ ਪਿਆ ਡਾਈਪਰ ਤੇ ਪਾਊਡਰ, ਉਹ ਅਸੀਂ ਰੱਖ ਲੈਂਦੇ ਆ, ਰਾਤੀ ਸਾਨੂੰ ਲੋੜ ਪੈ ਜਾਂਦੀ ਹੈ। ਮੰਮੀ ਨੇ ਨਹੀਂ ਰੱਖੇ ਸੀਗੇ, ਮੈਂ ਹੀ ਰੱਖੇ ਸੀਗੇ। ਇਹ ਵਿਚਾਰੀ ਮਾਂ ਹੀ ਕਰਕੇ ਜਾਂਦੀ ਹੈ ਕੰਮ, ਇਹ ਰੱਖ ਦਿੰਦੀ ਹੈ ਕੋਲ ਕਿ ਮੰਮਾ ਫਿਰ ਰਾਤੀ ਠੰਡ ਹੈ ਔਖੀ ਹੋਏਗੀ। ਤੇ ਵਾਈਪਸ ਵੀ ਇੱਧਰ ਕਿੱਧਰ ਰਜਾਈ ਚ ਲੁਕੇ ਪਏ ਹੋਣੇ। ਗੁੱਡ ਮਾਰਨਿੰਗ ਪੁੱਤ, ਬ੍ਰੈਡ ਪਕੌੜਾ ਖਾਣਾ ਜੀ? ਖਾਣਾ ਜੀ। ਪਿਓ ਤਾਂ ਨਹੀਂ ਇਹਦੇ ਹਿੱਸੇ ਦਾ। ਅੱਛਾ ਮੰਮਾ ਨੂੰ ਮਿਲਦਾ ਹੁੰਦਾ ਬੱਚਿਆਂ ਦੇ ਹਿੱਸੇ ਦਾ। ਅੱਛਾ ਤੂੰ ਚੱਲ ਚੱਲ ਕੰਮ ਕਰ। ਅੱਛਾ ਕਰਦੇ ਆ ਕੰਮ, ਲਿਆ ਤੁਹਾਨੂੰ ਦਿਖਾਉਂਦੇ ਆ। ਹਾਂਜੀ ਪੁੱਤਰੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਨਾ ਐਕਚੁਅਲੀ ਇਹ ਪਿੱਲੂ ਰਾਉਂਡ ਵਾਲਾ ਇਸ ਕਰਕੇ ਪਿਆ ਹੋਇਆ। ਮਾਹੀ ਅੱਜ ਇੱਥੇ ਸੁੱਤੀ ਸੀ, ਦੇਖੋ ਮਾਹੀ ਨੇ ਵੀ ਆਪਣੀ ਜੈਕਟ ਉਤਾਰੀ ਹੋਈ ਹੈ। ਤੇ ਹਲੇ ਅਸੀਂ ਬਿਸਤਰੇ 'ਚ ਹੀ ਹੈਗੇ ਹਾਂ, ਅਸੀਂ ਵਲੌਗ ਸਟਾਰਟ ਕਰ ਲਿਆ ਅੱਜ, ਪਤਾ ਨਹੀਂ ਕਿਉਂ। ਤੇ ਤਾਂ ਕਰਕੇ ਵਿੱਚ ਦੀਵਾਰ ਬਣਾਈ ਹੋਈ ਹੈ, ਕਿਉਂਕਿ ਮਾਹੀ ਜਿਹੜੀ ਹੈ ਮਾਹੀ ਨੂੰ ਪਤਾ ਨਹੀਂ ਲੱਗਦਾ ਤੇ ਮਾਹੀ ਫਿਰ ਦੱਬ ਦਿੰਦੀ ਹੈ ਇਹਨੂੰ। ਇਸ ਕਰਕੇ ਪਾਪਾ ਨੇ ਇਹਨਾਂ ਦੇ ਵਿੱਚ ਦੀਵਾਰ ਬਣਾਤੀ ਪਿੱਲੋ ਦੀ ਕਿ ਮਾਹੀ ਤੂੰ ਉਧਰ ਉਧਰ ਸੋਣਾ, ਇਧਰ ਇਧਰ ਨਹੀਂ ਆਣਾ ਭੈਣ ਦੇ ਉੱਤੇ। ਹੈਲੋ ਸਿੱਧਕ ਬਾਏ ਕਰ ਦੋ, ਬਾਏ ਕਰ ਦੋ ਕਿ ਹੈਲੋ ਕਰ ਦੋ? ਬਾਏ ਕਰ ਦੋ ਫਿਰ, ਬਾਏ ਕਰ ਦੋ ਮੰਮੀ ਤਾਂ ਹੀ ਨਾਸ਼ਤਾ ਬਣਾਏਗੀ। ਬਾਏ ਕਰ ਦੋ ਨਹੀਂ ਤਾਂ ਹਾਈ ਫਾਈ ਕਰ ਦੋ। ਚਲੋ ਜੀ, ਤੇ ਫਿਰ ਮਿੱਠੇ 'ਚ ਕੀ ਬਣਾਈ ਅੱਜ? ਗੁਲਾਬ ਜਾਮੁਨ। ਠਹਿਰ ਜਾ, ਤੁਹਾਨੂੰ ਦੱਸਦੀ ਆ ਗੁਲਾਬ ਜਾਮੁਨ। ਮਾਂ ਨੂੰ ਹਲਵਾਈ ਸਮਝਿਆ ਹੋਇਆ ਇਹਨਾਂ ਨੇ, ਮਤਲਬ ਮਾਂ ਹਲਵਾਈ ਤੇ ਹੈਗੀ ਹੈ, ਬਣਾ ਤੇ ਲਏਗੀ, ਪਰ ਹੁਣ ਬੱਚਿਆਂ ਨਾਲ ਸੱਚੀ ਕੋਈ ਕੰਮ ਨਹੀਂ ਹੁੰਦਾ। ਬੜਾ ਦਿਲ ਕਰਦਾ ਕਿ ਇਹ ਬਣਾਓ ਉਹ ਬਣਾਓ। ਗੁਲਾਬ ਜਾਮੁਨ ਜਲੇਬੀਆਂ ਨਹੀਂ ਬਣਾਉਣੀਆਂ, ਮਿੱਠੀ ਦੀ ਗੱਲ ਹੋਈ ਹੈ, ਮਿੱਠੇ ਸੇਮੀ ਬਣਾ ਲਓ। ਹਾਏ ਦੇਖੀ ਨਾ ਸੇਵੀ ਬਣਾ ਲਓ। ਅੱਜ ਤੁਸੀਂ ਬਣਾਓ, ਅੱਜ ਤੁਸੀਂ ਬਣਾਓ ਤੇ ਅਸੀਂ ਖਾਵਾਂਗੇ। ਹਾਂ ਹਾਂ ਮੈਂ ਬਣਾਉਂਦਾ, ਕੋਈ ਗੱਲ ਤਾਂ ਕੀ ਹੈ। ਆਹ ਦੁੱਧ 'ਚ ਪਾਣੀ ਹੈ। ਸਰੇ ਵੈਸੇ ਨਾ ਮੇਰਾ ਮਨ ਸੂਜੀ ਦੇ ਹਲਵੇ ਦਾ ਸੀਗਾ, ਪਰ ਉਹੀ ਗੱਲ ਹੈ ਫਿਰ ਦੇਖ ਦੇਖ ਅੱਖਾਂ ਖੁੱਲ ਗਈਆਂ ਸਰਦਾਰ ਜੀ ਦੀ ਅੱਖਾਂ ਐਵੇਂ ਐਵੇਂ ਹੋਈਆਂ ਪਈਆਂ। ਚਲੋ 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 ਗਰਮਾ ਗਰਮ ਹੀ ਖਾਣਾ, ਠੰਡਾ ਨਹੀਂ ਖਾਣਾ। ਦੇਖ ਦੇਖ ਇੱਕ ਮਿੰਟ, ਜਦੋਂ ਬਣਾਣਾ ਮੈਂ ਸਰਦਾਰ ਜੀ ਫੋਨ ਵੱਜਦਾ ਪਿਆ ਤੁਹਾਡਾ। ਹਲਵੇ ਦੇ ਵਿੱਚ ਇੰਨੇ ਬਿਜ਼ੀ ਹੋ ਗਏ, ਜਾ ਪੁੱਤ ਜਾਏ। ਹਲਵੇ ਦੇ ਲੱਗਿਆ ਮੇਰਾ ਵਿੱਚ ਇੰਨਾ ਇਹਨਾਂ ਦਾ ਉਹ ਹੋ ਗਿਆ ਕਿ ਫੋਨ ਵੀ ਨਹੀਂ ਸੁਣਦਾ ਪਿਆ ਇਹਨਾਂ ਨੂੰ। ਦੇਖ ਖਾਂਸੀ ਸਭ ਕੁਝ। ਮੈਂ ਨਹੀਂ ਬਣਾਉਣਾ ਹਲਵਾ, ਮੈਂ ਤਾਂ ਉਦਾਂ ਹੀ ਮਜ਼ਾਕ। ਖਾਂਸੀ ਥੋੜੀ ਹੈ ਇਹ। ਹਾਂ ਉਹਦਾ ਹੀ ਹਲਵੇ ਦੇ ਨਾਮ ਨੂੰ ਗਲੇ 'ਚ ਹੋ ਗਿਆ ਸੀ ਕੁਝ, ਹੈ ਨਾ, ਖਾਰਿਜ ਹੋ ਗਈ ਸੀ। सतगुरु नानक प्रगटिया मिटी तुंद जग चानन हुआ। वाहेगुरु 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 वाहेगुरु। सतगुरु
ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਤਾਰੇ ਛਪੇ ਅੰਧੇਰ ਪਲੋਆ ਸ਼ਾਈਨ ਕਰ ਰਹੀ ਹੈ ਨਾਨੀ ਦੀ ਕੰਗੀ ਗੁੱਤ ਕਰ ਦੇਗੀ। ਹਾਂਜੀ ਸਾਰੇ ਨਹਾ ਧੋ ਲਏ ਹੈ, ਟਾਈਮ ਹੋ ਗਿਆ। ਟਾਈਮ ਕੀ ਵਿਖਾਵਾਂ ਮੈਂ, ਇੱਥੇ ਦੀ ਘੜੀ ਤੇ 7:30 ਦਿਖਾ ਰਹੀ ਹੈ। ਸਾਡੇ ਘਰ ਦੀ ਨਾ ਸਾਰੀ ਘੜੀਆਂ ਖਰਾਬ ਹੋ ਗਈਆਂ। ਵੈਸੇ 12:15 ਹੋ ਗਏ ਹੈ। ਆ ਛੁਟਕੀਆਂ ਅਸੀਂ ਤਿਆਰ ਕਰ ਦਿੱਤੀਆਂ ਸੀਗੀਆਂ, ਪਜਾਮੀਆਂ ਹਲੇ ਨਹੀਂ ਪਾਈਆਂ, ਕੰਬਲ ਦੇ ਵਿੱਚ ਹੀ ਹੈਗੀਆਂ। ਤੇ ਜਿਸ ਰੰਗ ਦੇ ਕੱਪੜੇ ਪਾਓ ਨਾ ਬੱਚਿਆਂ ਨੂੰ, ਤੇ ਰੰਗ ਵੀ ਉਦਾਂ ਦਾ ਹੀ ਲੱਗਣ ਲੱਗ ਜਾਂਦਾ ਹੈ। ਸਿਫਤ, ਉਹ ਸਿਫਤ, ਇਹਦਾ ਧਿਆਨ ਪਤਾ ਨਹੀਂ ਕਿੱਥੇ ਹੈ। ਤੇ ਸਿੱਧਕ ਜਿਹੜੀ ਹੈ ਉਹ ਨਾਨੀ ਕੋਲ ਗੋਦੀ 'ਚ ਸੁੱਤੀ ਪਈ ਹੈ। ਮਾਹੀ ਥੋੜੀ ਜਿਹੀ ਨਾਰਾਜ਼ ਹੈ, ਉਹ ਸਾਡੇ ਘਰ ਚੱਲਦਾ ਹੀ ਰਹਿੰਦਾ ਥੋੜਾ ਬਹੁਤ ਤਾਂ ਦੋਨਾਂ ਭੈਣਾਂ ਦਾ। ਪਰ ਚਲੋ ਤੁਹਾਨੂੰ ਦੱਸਦੀ ਹਾਂ, ਇੱਕ ਮੈਂ ਟਿਪ ਦਿੰਦੀ ਹਾਂ ਤੁਹਾਨੂੰ ਕਿ ਜਦੋਂ ਬੱਚੇ ਲੜਦੇ ਹੋਣ ਤੇ ਫਿਰ ਮਾਵਾਂ ਨੂੰ ਕੀ ਕਰਨਾ ਚਾਹੀਦਾ। ਮੈਂ ਵੀ ਸਿਰ ਧੋ ਲਿੱਤਾ। ਅੱਜ ਐਕਚੁਅਲੀ ਲੇਟ ਅਸੀਂ ਤਾਂ ਹੋ ਗਏ, ਕੰਮ ਸਾਡਾ ਬੜੀ ਜਲਦੀ ਖਤਮ ਹੋ ਜਾਣਾ ਸੀਗਾ। ਅੱਜ ਫਰਾਈਡੇ ਸੀ, ਛੁੱਟੀ ਸੀ, ਤਾਂ ਮੈਂ ਕਿਹਾ ਚਲੋ ਸਾਰੇ ਜਣੇ ਸਿਰ ਧੋ ਲਓ, ਸੰਡੇ ਦੇ ਕੰਮ ਨਿਬੇੜ ਲਓ, ਕਿਉਂਕਿ ਸੰਡੇ ਥੋੜਾ ਬਿਜ਼ੀ ਜਾਏਗਾ। ਇਹ ਨਹੀਂ ਦੱਸਾਂਗੀ ਕਿਉਂ, ਤੁਸੀਂ ਵਲੌਗ ਦੇਖਦੇ ਰਹੋ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਸੰਡੇ ਕਿਉਂ ਬਿਜ਼ੀ ਜਾਏਗਾ ਮੇਰਾ। ਮੈਨੂੰ ਕਿਉਂ ਕਾਹਲੀ ਸੀ, ਮੈਂ ਅੱਜ ਹੀ ਬੱਚਿਆਂ ਦੇ ਸਿਰ ਸੁਰ ਧੋ ਦਿੱਤੇ। ਤੇ ਮੈਂ ਤੁਹਾਨੂੰ ਟਿਪ ਦੇਣ ਲੱਗੀ ਸੀ, ਜਦੋਂ ਦੋ ਬੱਚੇ ਲੜਦੇ ਹੋਣ ਤੇ ਪਤਾ ਕੀ ਕਰੋ, ਜਦੋਂ ਇੱਕ ਕਵੇ ਮੰਮੀ ਨੇ ਇਹ ਕਰ ਦਿੱਤਾ ਤੇ ਦੂਜਾ ਕਵੇ ਮੰਮੀ ਉਹਨੇ ਉਹ ਕਰ ਦਿੱਤਾ, ਚੁੱਪ ਕਰਕੇ ਉੱਠੋ ਇੱਕ ਕਮਰੇ 'ਚੋਂ ਤੇ ਦੂਜੇ ਕਮਰੇ 'ਚ ਚਲੇ ਜਾਓ, ਜਵਾਬ ਹੀ ਨਾ ਦਿਓ, ਲੜੋ ਮਰੋ ਜੋ ਮਰਜ਼ੀ ਕਰੋ। ਇਹ ਸਭ ਤੋਂ ਵਧੀਆ ਟਿਪ ਹੈਗੀ ਹੈ, ਕਿਉਂਕਿ ਮੈਂ ਤੇ ਇੰਨੀ ਕਨਫਿਊਜ਼ ਹੋ ਜਾਂਦੀ ਹਾਂ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ। ਸ਼ਾਈਨ ਆਪਣੀ ਗੱਲ ਦੱਸ ਦਿੰਦੀ ਹੈ, ਮਾਹੀ ਆਪਣੀ ਦੱਸ ਦਿੰਦੀ ਹੈ, ਵਿੱਚੋਂ ਹੋਇਆ ਕੁਝ ਹੋਰ ਹੁੰਦਾ, ਮਾਰ ਕਿਸੇ ਹੋਰ ਨੂੰ ਪੈ ਜਾਂਦੀ ਹੈ, ਪੈਣੀ ਕਿਸੇ ਹੋਰ ਨੂੰ ਹੁੰਦੀ ਹੈ। ਤੇ ਇਸ ਤੋਂ ਬੈਟਰ ਹੈ ਕਿ ਕਰਨ ਤੋਂ ਉਹਨਾਂ ਨੂੰ ਕਚ ਉੱਠੋ ਤੇ ਆਪਣੇ ਦੂਜੇ ਕਮਰੇ 'ਚ ਚਲੇ ਜਾਓ। ਇਹ ਸਭ ਤੋਂ ਵਧੀਆ ਹੈਗਾ, ਲੜੋ ਮਰੋ ਜੋ ਮਰਜ਼ੀ ਕਰੋ, ਹਨਾ। ਇੱਦਾਂ ਠੀਕ ਹੈ ਨਾ। ਸ਼ਾਈਨ ਮੰਮਾ ਕਰਦੀ ਹੈ ਨਾ ਇੱਦਾਂ। ਸ਼ਾਈਨ ਤੇ ਬਾਲ ਦੇਖੀ ਤੂੰ ਕਿਵੇਂ ਅੱਗੇ ਨੂੰ ਕੀਤੇ ਹੋਏ ਆ। ਔਰ ਸ਼ਾਈਨ ਨੇ ਕੱਪੜੇ ਨਹੀਂ ਬਦਲੇ ਆਪਣੇ, ਨਹਾ ਧੋ ਲਈਏ, ਕਹਿੰਦੀ ਮੰਮਾ ਗੁਰਦੁਆਰੇ ਜਾਵਾਂਗੀ ਤੇ ਫਿਰ ਬਦਲਾਂਗੀ। ਤੇ ਤੁਹਾਨੂੰ ਹੁਣ ਮੈਂ ਨਾ ਥੋੜੀ ਜਿਹੀ ਆਪਣੀ ਬਚਪਨ ਦੀਆਂ ਗੱਲਾਂ ਮੈਂ ਮੰਮਾ ਨਾਲ ਡਿਸਕਸ ਕਰਾਂਗੀ ਤੇ ਤੁਹਾਨੂੰ ਵੀ ਦੱਸਾਂਗੇ ਅਸੀਂ ਕੀ ਕਰਦੇ ਸੀ। ਗੁਰਪੁਰਬ ਵਾਲੇ ਦਿਨ ਸਾਡਾ ਸ਼ਡਿਊਲ ਕੀ ਹੁੰਦਾ ਸੀ। ਕੁਛ ਐਵੇਂ ਦੀ ਚੀਜ਼ਾਂ ਹੁੰਦੀਆਂ ਤੇ ਬਚਪਨ ਯਾਦ ਆ ਜਾਂਦਾ ਹੈ। ਬਚਪਨ ਨਾ ਇਵੇਂ ਦਾ ਹੁੰਦਾ ਕਿ ਜਦੋਂ ਬਚਪਨ ਹੁੰਦਾ ਤੇ ਸਾਨੂੰ ਐਵੇਂ ਲੱਗਦਾ ਕਿ ਵੱਡੇ ਹੋ ਜਾਈਏ ਜਲਦੀ, ਤੇ ਜਦੋਂ ਵੱਡੇ ਹੋ ਜਾਂਦੇ ਆ ਤਾਂ ਫਿਰ ਵਾਪਸ ਉੱਥੇ ਜਾਣਾ ਚਾਹੁੰਦੇ ਆ ਪਰ ਜਾ ਨਹੀਂ ਪਾਉਂਦੇ ਆ। ਚਲੋ ਮੰਮਾ ਦੱਸੋ ਕਿਵੇਂ ਦਾ ਸ਼ਡਿਊਲ ਹੁੰਦਾ ਸੀ ਸਾਡਾ। ਸਵੇਰੇ ਸਾਡੀ ਦਾਦੀ ਨੇ ਕਹਿਣਾ ਉੱਠੋ ਚਲੋ ਨਹਾਓ, ਗੁਰਦੁਆਰੇ ਜਾਣਾ। ਤੇ ਉਹ ਸਾਜਰੇ ਸਵੇਰੇ ਚਲੇ ਜਾਂਦੇ ਸੀ ਗੁਰਦੁਆਰਾ ਸਾਹਿਬ, ਕਿਉਂਕਿ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੁੰਦਾ ਸੀ। ਤੇ ਉਹ ਇਸਤਰੀ ਸਤਸੰਗ ਸਭਾ ਦੇ ਮੈਂਬਰ ਸੀਗੇ, ਪ੍ਰਧਾਨ ਸੀਗੇ ਐਕਚੁਅਲੀ। ਤੇ ਉਹ ਸਾਜਰੇ ਸਵੇਰੇ ਚਲੇ ਜਾਂਦੇ ਸੀ ਗੁਰਦੁਆਰੇ। ਤੇ ਪਿੱਛੋਂ ਫਿਰ ਜੇ ਅਸੀਂ ਲੇਟ ਜਾਈਏ ਤਾਂ ਸਾਡੀ ਕਲਾਸ ਬੜੀ ਲੱਗਦੀ ਹੁੰਦੀ ਸੀ ਕਿ ਲੇਟ ਆਈਆਂ ਉਹ, ਇੰਨੀ ਲੇਟ ਆਈਆਂ ਉਹ, ਹਨਾ ਮੰਮੀ ਨੂੰ ਡਾਂਟ ਪੈਂਦੀ ਹੁੰਦੀ ਸੀ, ਤੇਰੀ ਤੇ ਸਫਾਈਆਂ ਹੀ ਨਹੀਂ ਮੁੱਕਦੀਆਂ, ਹਨਾ ਮੰਮੀ। ਤੇ ਸਾਨੂੰ ਮਿਲਦੇ ਹੁੰਦੇ ਸੀਗੇ। ਮੰਮੀ ਕਿੰਨੇ ਪੈਸੇ ਦਿੰਦੇ ਸੀ ਤੁਸੀਂ ਸਾਨੂੰ ਗੁਰਪੁਰਬ ਵਾਲੇ ਦਿਨ? 5 ਰੁਪਏ। ਮੰਮੀ 5 ਤਾਂ ਬਾਅਦ ਚ ਮਿਲਦੇ ਸੀ, ਪਹਿਲੇ ਤਾਂ ਰੁਪਇਆ 2 ਰੁਪਏ ਹੀ ਮਿਲਦੇ ਸੀ। ਤੇ ਸਾਡੀ ਖੁਸ਼ੀ ਤਾਂ ਕੋਈ ਠਿਕਾਣਾ ਨਹੀਂ ਰਹਿਣਾ ਕਿ 2 ਰੁਪਏ ਵੀ ਜਿਹੜੇ ਮਿਲਦੇ ਸੀ ਨਾ, ਉਹਨੂੰ ਕਿੱਥੇ ਰੱਖ ਲਈਏ ਤੇ ਕਿੱਥੋਂ ਕੱਢ ਲਈਏ ਤੇ ਕੀ ਲੈ ਆਈਏ ਤੇ ਕੀ ਨਾ ਲੈ ਕੇ ਆਈਏ। ਸੱਚੀ ਉਹ 2 ਰੁਪਏ 'ਚ ਵੀ ਸ਼ਾਇਨ ਇੰਨੀ ਬਰਕਤ ਹੁੰਦੀ ਸੀ ਨਾ, ਅਸੀਂ 36 ਚੀਜ਼ਾਂ ਖਰੀਦ ਕੇ ਨਾ ਫਿਰ ਪੈਸੇ ਬਚਾ ਲਈਦੇ ਸੀ। ਪਤਾ ਹੈ ਕੀ ਖਰੀਦੀਦਾ ਸੀਗਾ, ਮਤਲਬ ਸਾਡੇ ਨਾ ਜਿਹੜਾ ਜਿਵੇਂ ਸ਼ਹਿਰਾਂ 'ਚ ਜਿਵੇਂ ਹੁੰਦਾ ਨਾ, ਜਿਵੇਂ ਕਲੋਨੀ ਦੇ ਗੁਰਦੁਆਰਾ ਸਾਹਿਬ ਹੁੰਦੇ ਆ ਤੇ ਉੱਥੇ ਹੀ ਸਾਰੇ ਕਲੋਨੀ ਵਾਲੇ ਇਕੱਠੇ ਹੁੰਦੇ ਆ। ਤੇ ਸਾਨੂੰ ਮਿਲਦੇ ਸੀ 2 ਰੁਪਏ 1 ਰੁਪਇਆ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਵੀ ਅਸੀਂ ਕੀ ਲੈਂਦੇ ਸੀ। 2 ਰੁਪਏ ਦਾ ਮੈਨੂੰ ਬੜਾ ਸੋਹਣਾ ਯਾਦ ਹੈ ਕਿ ਅਸੀਂ ਕੀ ਲਈਦਾ ਸੀਗਾ। ਤੇ ਸਾਡੀ ਨਾ ਪਲੈਨਿੰਗ ਹੁੰਦੀ ਸੀ ਦੋਨਾਂ ਭੈਣਾਂ ਦੀ ਕਿ ਇਹ ਵਾਲੇ ਪੈਸਿਆਂ ਦਾ ਤੂੰ ਲੈ ਲਈ ਤੇ ਤੂੰ ਮੇਰੇ ਨਾਲ ਸ਼ੇਅਰ ਕਰ ਲਈ, ਤੇ ਫਿਰ ਇਹ ਵਾਲੇ ਦਾ ਇਹ ਲੈ ਲਾਂਗੇ, ਇੰਝ ਜ਼ਿਆਦਾ ਵੈਰਾਈਟੀ ਅਸੀਂ ਖਰੀਦ ਲਾਂਗੇ। ਬੜੇ ਚਲਾਕ ਹੁੰਦੇ ਸੀ ਅਸੀਂ। ਤੇ ਅਸੀਂ ਖਰੀਦਦੇ ਹੁੰਦੇ ਸੀਗੇ। ਕਈਆਂ ਨੂੰ ਯਾਦ ਹੋਏਗਾ, ਹੁਣ ਜਦ ਮੈਂ ਗੱਲ ਕਰਾਂਗੀ ਸ਼ਾਇਦ ਉਹਨਾਂ ਨੂੰ ਆਪਣਾ ਬਚਪਨ ਯਾਦ ਆ ਜਾਏ। ਇੱਕ ਚਟਪਟ ਆਉਂਦਾ ਹੁੰਦਾ ਸੀਗਾ ਮੰਮੀ 1 ਰੁਪਏ ਦਾ, ਉਹ ਲਈਦਾ ਹੁੰਦਾ ਸੀ। ਹੋਰ ਕੀ ਲਈਦਾ ਸੀ? ਚਾਂਦ ਸਿਤਾਰੇ ਆਉਂਦੇ ਹੁੰਦੇ ਸੀ, ਸ਼ਾਇਦ ਹੁਣ ਵੀ ਆਉਂਦੇ ਹੋਣ। ਸ਼ਾਇਨ ਨੇ ਵੀ ਖਾਦੇ ਹੋਏ ਚਾਂਦ ਸਿਤਾਰੇ, ਹਨਾ। ਤੇ ਇੱਕ ਉਹ ਟੌਫੀ ਆਉਂਦੀ ਹੁੰਦੀ ਸੀ, ਤੁਹਾਨੂੰ ਕੀ ਦੱਸਾਂ ਹੁਣ, ਕਿਸਵੀਂ ਟੌਫੀ ਆਉਂਦੀ ਹੁੰਦੀ ਸੀ, ਆਉਂਦੀ ਹੈ। ਤੇ ਸਾਨੂੰ ਸਮਝ ਨਾ ਆਣਾ, ਇੱਕ ਹੋਰ ਰੋਚਕ ਆਉਂਦਾ ਹੁੰਦਾ ਸੀ, ਰੋਚਕ, ਆਏ ਹਾਏ ਉਹਨੂੰ ਪਤਾ ਕੀ ਕਰਦੇ ਹੁੰਦੇ ਸੀ ਮੰਮੀ, ਬੜਾ ਹੀ ਡਾਂਟਦੇ ਹੁੰਦੇ ਸੀ ਸਾਨੂੰ। ਛੋਟੇ ਬੱਚਿਆਂ ਦਾ ਐਵੇਂ ਹੁੰਦਾ, ਉਹਨਾਂ ਨੇ ਕਰਨਾ ਕੁਝ ਹੋਰ ਹੁੰਦਾ ਬਚਪਨ ਦੀਆਂ ਗੱਲਾਂ। ਰੋਚਕ ਹੀ ਸੀਗਾ। ਉਹਨੂੰ ਕੀ ਕਰਦੇ ਸੀ, ਉਹਨੂੰ ਪੀਸ ਲੈਂਦੇ ਸੀਗੇ, ਪੀਸ ਕੇ ਉਹਨੂੰ ਪਾਣੀ 'ਚ ਘੋਲ ਕੇ ਤੇ ਫਿਰ ਪੀਣਾ। ਤੇ ਮੰਮੀ ਕੋਲ ਪੈਣੀ ਬੜੀ ਡਾਂਟ, ਗਲੇ ਖਰਾਬ ਹੋ ਜਾਣੇ ਸਾਡੇ।
2 ਰੁਪਏ 'ਚ ਬੜੀ ਬਰਕਤ ਹੁੰਦੀ ਸੀ, ਸੱਚੀ ਗੱਲ ਹੈ। ਤੇ ਹੁਣ 2 ਰੁਪਏ ਦਾ ਕੁਝ ਆਂਦਾ ਨਹੀਂ ਹੈ। 10 ਰੁਪਏ ਤੋਂ ਘੱਟ ਬੱਚੇ ਫੜਦੇ ਨਹੀਂ ਹੈ। ਖੈਰ ਮੇਰੇ ਬੱਚਿਆਂ ਨੂੰ ਆਦਤ ਨਹੀਂ ਹੈ ਕਿ 5-10 ਰੁਪਏ ਲੈ ਕੇ ਉਹ ਕਦੀ ਦੁਕਾਨ ਤੇ, ਮਤਲਬ ਹੁਣ ਜਿਵੇਂ ਮੈਂ ਨਾਲ ਗਰੋਸਰੀ ਸਟੋਰ ਹੈਗਾ ਤੇ ਮੈਂ ਭੇਜਣ ਲੱਗ ਗਈ ਹਾਂ ਤੇ ਚਲੇ ਜਾਂਦੇ ਕਦੀ ਕਦੀ। ਅਦਰਵਾਈਜ਼ ਇਹਨਾਂ ਨੇ ਕਦੀ ਨਹੀਂ ਕਿਹਾ ਮੰਮੀ 10 ਰੁਪਏ ਦੇਣਾ, ਮੰਮੀ 5 ਰੁਪਏ ਦੇਣਾ ਹੈ, ਕੁਰਕੁਰੇ ਲੈਣੇ ਆ, ਚਿਪਸ ਲੈਣੇ। ਮੈਂ ਆਦਤ ਪਾਈ ਨਹੀਂ ਆ ਤੇ ਪਾਣੀ ਵੀ ਨਹੀਂ ਚਾਹੀਦੀ। ਕਿਸੇ ਦਿਨ ਮੈਂ ਇਸ ਟੌਪਿਕ ਤੇ ਗੱਲ ਕਰਾਂਗੀ ਕਿ ਬੱਚਿਆਂ ਨੂੰ ਕਿਵੇਂ ਦੀ ਹੈਬਿਟ ਸ਼ੁਰੂ ਤੋਂ ਪਾਈਏ ਕਿ ਬੱਚੇ ਤੁਹਾਨੂੰ ਤੰਗ ਨਾ ਕਰਨ। ਕਿਉਂਕਿ ਬੜੇ ਜਾਣਿਆਂ ਨੇ ਮੈਨੂੰ ਪੁੱਛਿਆ ਕਿ ਇਹਦੇ ਤੇ ਵੀਡੀਓ ਬਣਾਓ ਤੁਸੀਂ, ਕਿ ਤੁਸੀਂ ਆਪਣੇ ਬੱਚਿਆਂ ਨਾਲ ਕਿਵੇਂ ਮਤਲਬ ਪਰਵਰਿਸ਼ ਕੀਤੀ। ਦੇਖੀ ਮੈਂ ਇਹ ਨਹੀਂ ਕਹਿੰਦੀ ਕਿ ਮੇਰੀ ਪਰਵਰਿਸ਼ ਬਹੁਤ ਵਧੀਆ ਹੈ, ਸਾਰੇ ਪੇਰੈਂਟਸ ਬੜੀ ਵਧੀਆ ਪਰਵਰਿਸ਼ ਕਰਦੇ ਆ ਆਪਣੇ ਬੱਚਿਆਂ ਦੀ, ਲੇਕਿਨ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਇੱਕ ਦੂਜੇ ਨਾਲ ਡਿਸਕਸ ਕਰੀਏ ਤੇ ਸ਼ਾਇਦ ਉਹ ਮਤਲਬ ਕਿਸੇ ਨੂੰ ਫਾਇਦਾ ਹੋ ਜਾਏ, ਨਾਲ ਲੈ ਕੇ ਥੋੜੀ ਮਰਨੀਆਂ ਗੱਲਾਂ ਸਾਰੀਆਂ। ਤੇ ਅਸੀਂ ਹੋ ਗਏ ਆ ਲਗਭਗ ਤਿਆਰ, ਮਤਲਬ ਕੰਗੀ ਕੁੰਗੀ ਰਹਿ ਗਈ ਆ ਸਾਡੀ। ਤੇ ਜਦੋਂ ਇੰਦਰ ਨੂੰ ਹੁਣ ਫੋਨ ਕਰਾਂਗੇ ਤੇ ਫਿਰ ਉਹ ਸਾਨੂੰ ਗੁਰਦੁਆਰੇ ਲੈ ਕੇ ਜਾਣਗੇ, ਕਿਉਂਕਿ ਪਿਛਲੇ ਸਾਲ ਤੇ ਅਸੀਂ ਠੁਮਕ ਪਹੁੰਚ ਗਏ ਸੀ ਤੁਰ ਕੇ, ਪਰ ਹੁਣ ਨਹੀਂ ਜਾ ਸਕਾਂਗੇ ਛੁੱਟੀਆਂ ਦੇ ਨਾਲ। ਵੈਸੇ ਤੇ ਪ੍ਰਾਈਮ 'ਚ ਪਾ ਕੇ ਲੈ ਜਾ ਸਕਦੇ ਹਾਂ, ਬਟ ਫਿਰ ਉੱਥੇ ਰਸ਼ ਬੜਾ ਹੁੰਦਾ ਤੇ ਪ੍ਰਾਈਮ ਫਿਰ ਕੌਣ ਦੇਖੇਗਾ ਬਾਹਰ ਅੰਦਰ, ਮਤ ਪਰੇਸ਼ਾਨੀ ਹੋ ਜਾਏਗੀ। ਤੇ ਜੇ ਸਰਦਾਰ ਜੀ ਗੱਡੀ 'ਚ ਲੈ ਜਾਣ ਉਹਦੇ ਵਰਗੀ ਤਾਂ ਰੀਸ ਹੀ ਨਹੀਂ। ਤੇ ਫਿਰ ਦੇਖਾਂਗੇ, ਅੱਜ ਪ੍ਰਸ਼ਾਦਾ ਸ਼ਾਇਦ ਗੁਰਦੁਆਰੇ ਛਕ ਲਈਏ। ਮਾਈ ਮੈਨੂੰ ਪੁੱਛਦੀ ਵੀ ਸੀ ਮੰਮਾ ਅੱਜ ਰੋਟੀ 'ਚ ਕੀ ਬਣਾਇਆ, ਮੈਂ ਕਿਹਾ ਅੱਜ ਲੰਗਰ ਛਕਿਓ, ਅੱਜ ਕੁਝ ਨਹੀਂ ਬਣਾਇਆ ਮੈਂ। ਤੇ ਦੇਖੋ ਇੰਦਰ ਕਦੋਂ ਆਉਂਦੇ ਆ ਤੇ ਮਾਂ ਹੀ ਦੇਖੋ ਐਨ ਫੁੱਲ ਸ਼ੁੱਲ ਲਾ ਕੇ, ਐਦਾਂ ਕੋਈ ਨਹੀਂ ਜਾਣਾ ਗੁਰਦੁਆਰੇ, ਪਤਾ ਹੈ ਹਾਂ ਕੰਗੀ ਕਰਕੇ ਜਾਣੀ ਹੈ, ਠੀਕ ਹੈ। ਤੇ ਮਾਂ ਹੀ ਨੂੰ ਇੰਨੀ ਠੰਡ ਲੱਗਦੀ ਹੈ ਨਾ, ਦੇਖੋ ਸਵੈਟਰ ਦੇ ਉੱਪਰ ਤੇ ਇਹਨੇ ਆਪਣਾ ਪੌਂਚੂ ਪਾ ਲਿਆ। ਇਹਨੂੰ ਪੈਕ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ, ਮੈਨੂੰ ਇਹ ਆਪੇ ਪੈਕ ਹੋ ਜਾਂਦੀ ਹੈ ਮੇਰੀ ਛੁਟਕੀ ਹੁਣ ਨਹੀਂ ਰਹੀ, ਇਸ ਤੋਂ ਵੀ ਛੁਟਕੀਆਂ ਹੁਣ ਆ ਗਈਆਂ। ਤੇ ਇਹ ਪਤਾ ਨਹੀਂ ਕਿਹਨੂੰ ਵੇਖੀ ਜਾਂਦੀ ਹੈ ਇੱਥੇ, ਆਹ ਦੇਖੋ। ਤੇ ਅੱਜ ਅਸੀਂ ਕਿਸੇ ਦੇ ਘਰ ਵੀ ਜਾਣਾ, ਐਕਚੁਅਲੀ ਜਾਣਾ ਤੇ ਅਸੀਂ ਸੀਗਾ ਦੀਵਾਲੀ ਤੋਂ ਪਹਿਲੇ, ਫਿਰ ਸਰਦਾਰ ਜੀ ਬਿਮਾਰ ਹੋ ਗਏ ਤੇ ਫਿਰ ਉਹ ਦੀਵਾਲੀ ਤੇ ਘਰ ਚਲੇ ਗਏ। ਆਵਾਜ਼ ਹੌਲੀ ਕਰ ਲਓ ਮੰਮਾ। ਫਿਰ ਉਹ ਦੀਵਾਲੀ ਤੇ ਘਰ ਚਲੇ ਗਏ ਆਪਣੇ ਜਿਨ੍ਹਾਂ ਦੇ ਘਰ ਅਸੀਂ ਜਾਣਾ ਸੀ। ਤੇ ਫਿਰ ਹੁਣ ਅੱਜ ਦੇਖਦੇ ਹਾਂ ਗੁਰਦੁਆਰਾ ਸਾਹਿਬ ਤੋਂ ਵਾਪਸੀ ਵੇਲੇ ਸ਼ਾਇਦ ਅਸੀਂ ਉਹਨਾਂ ਦੇ ਘਰ ਜਾ ਕੇ ਆਈਏ, ਜੇ ਸਾਨੂੰ ਇੰਦਰ ਨੇ ਛੱਡ ਦਿੱਤਾ ਤੇ। ਕਿਉਂਕਿ ਹੁਣ ਅਸੀਂ ਟੋਟਲੀ ਇੰਦਰ ਤੇ ਡਿਪੈਂਡ ਕਰਦੇ ਹਾਂ, ਮਤਲਬ ਪਹਿਲੇ ਵੀ ਡਿਪੈਂਡ ਕਰਦੇ ਸੀ, ਪਰ ਫਿਰ ਵੀ ਐਵੇਂ ਹੁੰਦਾ ਚੱਕਿਆ ਐਕਟਿਵਾ ਤੇ ਚਲੋ ਇੱਧਰ ਤੇ ਚਲੋ ਉੱਧਰ, ਤੇ ਹੁਣ ਉਹ ਗੱਲਾਂ ਨਹੀਂ ਰਹੀਆਂ ਪੁਰਾਣੀਆਂ। ਚਲੋ ਜੀ ਕੰਗੀ ਕਰ ਲੈਂਦੇ ਆ ਤੇ ਫੋਨ ਕਰ ਲੈਂਦੇ ਆ ਸਰਦਾਰ ਜੀ ਨੂੰ। ਤੇ ਐ ਜੀ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪ੍ਰਸ਼ਾਦਾ ਛਕ ਕੇ ਵਾਪਸ ਘਰ ਨੂੰ ਚੱਲੇ ਆ। ਤੇ ਉੱਥੇ ਮੈਂ ਜ਼ਿਆਦਾ ਸ਼ੂਟ ਨਹੀਂ ਕੀਤਾ, ਕਿਉਂਕਿ ਤੁਹਾਨੂੰ ਪਤਾ ਹਰ ਜਗ੍ਹਾ ਤੇ ਕੈਮਰਾ ਵੀ ਨਹੀਂ ਚੱਕਿਆ ਜਾਂਦਾ, ਤਾਂ ਕਰਕੇ ਫੋਨ ਗੱਡੀ 'ਚ ਹੀ ਪਿਆ ਸੀ। ਤੇ ਵਾਪਸ ਗੱਡੀ 'ਚ ਆ ਕੇ ਮੈਂ ਫਿਰ ਆਪਣਾ ਕੰਮ ਸਾਂਭ ਲਿਆ। ਮੈਂ ਕਿਹਾ ਥੋੜਾ ਜਿਹਾ ਕਲਿੱਪ ਲੈ ਲਵਾਂ, ਦੱਸ ਤਾਂ ਦੇਵਾਂ ਨਾ ਕਿ ਗਈ ਸੀ ਕੇਸਗੜ੍ਹ ਸਾਹਿਬ ਦੇ ਬਾਹਰੋਂ ਦਰਸ਼ਨ ਕਰ ਲਓ ਜੀ। ਤੇ ਲੰਗਰ ਬੜਾ ਹੀ ਸਵਾਦ ਸੀ, ਲੰਗਰ ਹਮੇਸ਼ਾ ਹੀ ਸਵਾਦ ਹੁੰਦਾ। ਦੱਸਾਂ ਕੀ ਖਾਧਾ ਸੀ ਅਸੀਂ? ਕੜੀ ਚਾਵਲ, ਦਾਲ, ਮੰਡੇ ਨਾ ਐਕਚੁਅਲੀ ਇੱਥੇ ਰੁਮਾਲੀ ਰੋਟੀ ਨੂੰ ਮੰਡੇ ਬੋਲਦੇ ਆ। ਤੇ ਮੱਕੀ ਦੀ ਰੋਟੀ, ਖੀਰ, ਅਚਾਰ, ਸਲਾਦ। ਮੂੰਹ 'ਚ ਪਾਣੀ ਆ ਗਿਆ ਨਾ, ਮੇਰੇ ਵੀ ਆ ਗਿਆ ਐਡਿਟ ਕਰਦੇ ਹੋਏ, ਕਿਉਂਕਿ ਲੰਗਰ ਤੇ ਪਹਿਲੇ ਖਾ ਲਿਆ ਸੀ ਤੇ ਐਡਿਟ ਬਾਅਦ 'ਚ ਕਰ ਰਹੀ ਹਾਂ। ਤੇ ਉਸ ਤੋਂ ਬਾਅਦ ਨਾ ਮੈਂ ਜਿਹੜਾ ਜ਼ਿਕਰ ਕੀਤਾ ਸੀ ਕਿਸੇ ਦੇ ਘਰ ਜਾਣਾ ਸੀ, ਅਸੀਂ ਜਾ ਆਏ ਸੀ। ਐਕਚੁਅਲੀ ਉੱਥੇ ਵੀ ਮੈਂ ਬਹੁਤਾ ਕਿ ਮੈਂ ਸ਼ੂਟ ਹੀ ਨਹੀਂ ਕੀਤਾ, ਚੰਗਾ ਨਹੀਂ ਲੱਗਦਾ ਨਾ ਹਮੇਸ਼ਾ ਤੁਸੀਂ ਕੈਮਰਾ ਚੱਕੀ ਰੱਖੋ। ਤੇ ਅਸੀਂ ਜਾ ਆਏ ਸੀਗੇ ਤੇ ਕਾਫੀ ਦੇਰ 2 ਘੰਟੇ ਸਾਡੇ ਉੱਥੇ ਲੱਗ ਗਏ ਸੀ। ਅਸੀਂ ਕਾਫੀ ਇੰਜੋਏ ਕੀਤਾ, ਥੋੜਾ ਜਿਹਾ ਬ੍ਰੇਕ ਮਿਲ ਜਾਂਦਾ ਨਾ, ਥੋੜਾ ਘਰੋਂ ਨਿਕਲੋ ਤੇ ਚੰਗਾ ਲੱਗਦਾ ਸਭ ਨੂੰ ਹੀ। ਆਹ ਦੇਖੋ ਜੀ, ਲੜਾਈ ਦਾ ਤਾਂ ਸਾਨੂੰ ਬਹਾਨਾ ਚਾਹੀਦਾ ਹੈ। ਹੁਣ ਕੈਂਡਲ ਪਿੱਛੇ ਲੜਾਈ ਹੋ ਗਈ ਹੈ ਸਾਡੀ ਕਿ ਕਿਹੜੀਆਂ ਮੈਂ ਚਲਾਉਣੀਆਂ ਕਿਹੜੀਆਂ ਤੂੰ ਚਲਾਉਣੀਆਂ, ਹੈ ਨਾ। ਨਾ ਲੜੋ ਪੁੱਤ ਪਲੀਜ਼, ਨਾ ਲੜੋ ਬੇਟੇ। ਔਰ ਇਹ ਕੈਂਡਲ ਸਾਨੂੰ ਗਿਫਟ ਵਿੱਚ ਮਿਲੀ ਹੈ ਤੇ ਹੁਣ ਅਸੀਂ ਚਲਾਵਾਂਗੇ। ਪਟਾਕਿਆਂ ਦੀ ਆਵਾਜ਼ ਆ ਰਹੀ ਹੈ ਤੇ ਚਲਿਏ ਛੱਤ ਤੇ ਫਿਰ ਉੱਪਰ। ਹਾਂਜੀ ਚਲੋ ਮਾਚਿਸ ਲੈ ਲੈਤੀ ਸ਼ਾਈਨ। ਕੈਂਡਲਸ ਮੈਂ ਕਿੱਥੇ ਰੱਖੀਆਂ ਲਿਆ ਕੇ ਹੋਰ ਦੂਜੀਆਂ? ਜਾਓ ਲੈ ਕੇ ਆ ਪੁੱਤ ਫਿਰ। ਚਲੋ ਲੈ ਕੇ ਚਲੋ ਉੱਪਰ ਚਲਾ ਲਈਏ ਛੱਤ ਤੇ। ਇਹ ਛੱਤ ਤੇ ਚਲਾ ਲੈਣੇ, ਕੈਂਡਲ ਨੀਚੇ ਚਲਾ ਲਾਂਗੇ, ਠੀਕ ਹੈ। ਚਲੋ ਫਿਰ ਚਲੋ। ਤੇ ਇਹਨੂੰ ਚੱਕੇਗਾ ਕੌਣ? ਦੇਖੋ ਜੀ ਆਪਣੀਆਂ ਲੈ ਕੇ ਕੈਂਡਲ ਤੁਰ ਪਏ ਹਾਂ ਅਸੀਂ, ਬਾਕੀ ਨਹੀਂ ਲੈਣੀਆਂ। ਨਹੀਂ ਗੇਰਦੀ, ਆ ਮੈਂ ਚੱਕ ਲੈਂਦੀ ਹਾਂ ਨਾ ਪੁੱਤ, ਆ ਮੈਂ ਚੱਕ ਲੈਣੀ ਆ। ਚਲੋ 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 ਜੀ। ਫਿਰ ਆ ਕੇ ਥੋੜਾ ਜਿਹਾ ਪੜ੍ਹ ਵੀ ਲਓ। ਹਾਂ ਆ ਦੇਖੋ, ਚਲੋ ਹਾਂ ਹਾਂ ਸਰ ਹੈਗੀ। ਇਹ ਕੈਂਡਲ ਪਿੱਛੇ ਲੜਦੀਆਂ ਪਈਆਂ ਭੈਣਾਂ, ਹਨਾ। ਹੋਰ ਧਿਆਨ ਨਾਲ ਹੁਣ। ਹਾਂ ਚਲੋ ਜੀ, ਕੈਂਡਲਸ ਚਲਾ ਰਹੇ ਹਾਂ ਹੁਣ ਅਸੀਂ। ਤੇ ਇੱਕ ਗੱਲ ਕਵਾਂ ਮੇਰੇ ਦਿਲ ਦੀ, ਮੇਰੀ ਅਰਦਾਸ ਹੈ ਕਿ ਹਰ ਸਿੱਖ ਨੂੰ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਹੋਣ। ਮੇਰਾ ਬੜਾ ਹੀ ਦਿਲ ਕਰਦਾ ਜਾਣ ਨੂੰ, ਪਰ ਪਤਾ ਨਹੀਂ ਕਰਮਾਂ 'ਚ ਹੈ ਕਿ ਨਹੀਂ ਹੈ।
ਜਿਹੜੇ ਉੱਥੇ ਰਹਿੰਦੇ ਆ ਬੜੇ ਕਰਮਾਂ ਵਾਲੇ ਆ, ਜਿਹੜੇ ਦਰਸ਼ਨ ਕਰ ਆਏ ਆ ਉਹ ਬੜੇ ਕਰਮਾਂ ਵਾਲੇ ਆ। ਪਤਾ ਨਹੀਂ ਸਾਡੇ ਕਰਮ ਕਦੋਂ ਜਾਗਣੇ, ਅਸੀਂ ਕਦੋਂ ਜਾਣਾ ਪੰਜਾ ਸਾਹਿਬ, ਨਨਕਾਣਾ ਸਾਹਿਬ। ਚਲੋ ਜੀ, ਅਰਦਾਸ ਤੇ ਕਰਦੇ ਆ ਰੋਜ਼, ਦੇਖੋ ਮਾਲਕ ਕਦੋਂ ਲੈ ਕੇ ਜਾਂਦਾ ਹੈ। ਤੇ ਇਸ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ। ਮੁਬਾਰਕਾਂ ਬਹੁਤ ਬਹੁਤ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀਆਂ, ਗੁਰਪੁਰਬ ਦੀਆਂ। ਸ਼ਾਈਨ, ਹੈਪੀ ਗੁਰਪੁਰਬ ਫਿਰ ਤੋਂ ਬੋਲ ਦਿਓ ਸਾਰਿਆਂ ਨੂੰ। ਹੈਪੀ ਗੁਰਪੁਰਬ।